ਹਾਲੇਲੂਇਆ, ਪ੍ਰੇਜ਼ ਦ ਲਾਰਡ। ਸਾਰਿਆਂ ਨੂੰ ਜੈ ਮਸੀਹ ਕੀ। ਹਾਲੇਲੂਇਆ। ਸੋ ਅੱਜ ਆਪਾਂ ਗੱਲ ਕਰਾਂਗੇ ਵਿਜ਼ਡਮ ਦੇ ਬਾਰੇ। ਹਾਲੇਲੂਇਆ। ਸੋ ਸਾਨੂੰ ਵਿਜ਼ਡਮ ਕਿਉਂ ਚਾਹੀਦੀ ਆ, ਵਿਜ਼ਡਮ ਕੀ ਆ ਪਰਮੇਸ਼ਰ ਦੇ ਅਕੋਰਡਿੰਗ, ਔਰ ਅਸੀਂ ਵਿਜ਼ਡਮ ਨੂੰ ਕਿੱਦਾਂ ਲੈ ਸਕਦੇ ਹਾਂ। ਹਾਲੇਲੂਇਆ। ਕਿਹੜੇ ਸਾਡੇ ਲਾਭ ਨੇ ਵਿਜ਼ਡਮ ਨੂੰ ਲੈ ਕੇ। ਅੱਜ ਆਪਾਂ ਇਸ ਸਾਰੀਆਂ ਗੱਲਾਂ ਬਾਰੇ ਆਪਾਂ ਅੱਜ ਚਰਚਾ ਕਰਾਂਗੇ। ਅੱਜ ਵਚਨ ਦੇ ਵਿੱਚੋਂ ਅਸੀਂ ਸਿੱਖਾਂਗੇ, ਵਚਨ ਦੇ ਵਿੱਚੋਂ ਅਸੀਂ ਵਿਜ਼ਡਮ ਦੇ ਬਾਰੇ ਪੜ੍ਹਾਂਗੇ, ਵਿਜ਼ਡਮ ਦੇ ਬਾਰੇ ਅਸੀਂ ਸਿੱਖਾਂਗੇ ਤਾਂ ਕਿ ਅਸੀਂ ਪਰਮੇਸ਼ਰ ਦੇ सम्मुख ਵਿਜ਼ਡਮ ਦੇ ਨਾਲ ਜਾ ਸਕੀਏ ਔਰ ਵਿਜ਼ਡਮ ਦੇ ਨਾਲ ਹੀ ਆਪਣੀਆਂ ਪ੍ਰਾਰਥਨਾਵਾਂ ਨੂੰ ਅਸੀਂ ਪਰਮੇਸ਼ਰ ਦੇ ਸਾਹਮਣੇ ਰੱਖ ਸਕੀਏ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਸੋ ਫਸਟ ਆਫ ਆਲ ਵਿਜ਼ਡਮ ਕੀ ਆ? ਵਿਜ਼ਡਮ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇ ਜਦੋਂ ਅਸੀਂ ਪ੍ਰਕਾਸ਼ ਦੇ ਨਾਲ ਪ੍ਰਾਰਥਨਾ ਕਰਦੇ ਹਾਂ, ਜਦੋਂ ਅਸੀਂ ਹਰੇਕ ਚੀਜ਼ ਨੂੰ ਪ੍ਰਕਾਸ਼ ਦੇ ਨਾਲ ਕਰਦੇ ਹਾਂ, ਪਰਮੇਸ਼ਰ ਦੇ ਲਈ ਉਹ ਵਿਜ਼ਡਮ ਆ। ਹਾਲੇਲੂਇਆ। ਜਦੋਂ ਅਸੀਂ ਸਿੱਧਤਾ ਦੇ ਨਾਲ ਚੱਲਦੇ ਹਾਂ, ਜਦੋਂ ਅਸੀਂ ਪਵਿੱਤਰਤਾ ਦੇ ਨਾਲ ਚੱਲਦੇ ਹਾਂ, ਜਦੋਂ ਅਸੀਂ ਪਰਮੇਸ਼ਰ ਦੇ ਨਾਲ ਇੱਕ ਮਨ ਹੋ ਕੇ ਚੱਲਦੇ ਹਾਂ, ਪਰਮੇਸ਼ਰ ਦੇ ਵਚਨ ਨੂੰ ਆਪਣੇ ਅੰਦਰ ਰੱਖ ਕੇ, ਪਰਮੇਸ਼ਰ ਨੂੰ ਆਪਣੇ ਅੱਗੇ ਰੱਖ ਕੇ ਅਸੀਂ ਤੁਰਦੇ ਹਾਂ, ਉਹ ਵਿਜ਼ਡਮ ਆ। ਹਾਲੇਲੂਇਆ। ਸੋ ਅਸੀਂ ਬੁੱਧੀਮਾਨ ਠਹਿਰਦੇ ਹਾਂ ਪਰਮੇਸ਼ਰ ਦੀ ਦ੍ਰਿਸ਼ਟੀ ਦੇ ਵਿੱਚ। ਹਾਲੇਲੂਇਆ। ਸੋ ਫਸਟ ਆਫ ਆਲ ਆਪਾਂ ਦੇਖਾਂਗੇ ਕਿ ਵਿਜ਼ਡਮ ਕੀ ਆ। ਹਾਲੇਲੂਇਆ। ਸੋ ਆਪਾਂ ਚੱਲਾਂਗੇ ਨੀਤੀ ਵਚਨ 4 ਉਹਦੀ 7 ਦੇ ਵਿੱਚ ਲਿਖਿਆ, बुद्धि श्रेष्ठ है इसलिए उसकी प्राप्ति के लिए यत्न कर, जो कुछ तू प्राप्त करे उसे प्राप्त तो कर, परंतु समझ की प्राप्ति का यत्न घटने ना पाए। सो इट मीन्स कि अकॉर्डिंग टू बाइबल सर्वशक्तिमान परमेश्वर जो अति बुद्धिमान परमेश्वर आ, ਉਹਦੀ ਬੁੱਧੀ ਅਪਰੰਪਾਰ ਆ। ਉਹ ਪਰਮੇਸ਼ਰ ਕਹਿ ਰਿਹਾ ਕਿ ਬੁੱਧੀ ਸਭ ਤੋਂ ਸ੍ਰੇਸ਼ਟ ਆ। ਸੋ ਜਦ ਵੀ ਅਸੀਂ ਪ੍ਰਾਰਥਨਾ ਕਰਨ ਦੇ ਲਈ ਬੈਠਣਾ, ਅਸੀਂ ਬੁੱਧੀ ਨੂੰ ਫਸਟ ਆਫ ਆਲ ਮੰਗਣਾ ਆ। ਹਾਲੇਲੂਇਆ। ਤਾਂ ਕਿ ਅਸੀਂ ਆਪਣੀ ਬਾਕੀ ਦੀ ਪ੍ਰਾਰਥਨਾ ਨੂੰ, ਬਾਕੀ ਦੇ ਦਿਨ ਨੂੰ, ਬਾਕੀ ਦੀਆਂ ਚੀਜ਼ਾਂ ਜੋ ਅਸੀਂ ਪਰਮੇਸ਼ਰ ਦੇ सम्मुख ਰੱਖ ਰਹੇ ਹਾਂ, ਪ੍ਰਾਰਥਨਾ, ਧੰਨਵਾਦ ਤੇ ਸਹੀ ਤੋਂ ਸਾਰੀਆਂ ਵਿਜ਼ਡਮ ਦੇ ਅਕੋਰਡਿੰਗ ਅਸੀਂ ਰੱਖ ਸਕੀਏ। ਹਾਲੇਲੂਇਆ। ਆਪਾਂ ਪਹਿਲਾਂ ਰਾਜਾਓ ਉਹਦੀ 3 ਔਰ ਉਹਦੀ ਮੈਂ 5 ਤੋਂ ਪੜ੍ਹਾਂਗੀ 14 ਐਤ ਤੱਕ। ਇਹ ਐਗਜ਼ਾਮਪਲ ਆ ਸੁਲੇਮਾਨ ਦੀ। ਸੁਲੇਮਾਨ ਦਾਊਦ ਦਾ ਪੁੱਤਰ ਸੀਗਾ ਔਰ ਰਾਜਾ ਹੋਣ ਦੇ ਲਈ ਚੁਣਿਆ ਗਿਆ ਸੀਗਾ, ਗੱਦੀ ਦੇ ਉੱਤੇ ਨਿਯੁਕਤ ਕੀਤਾ ਗਿਆ ਸੀਗਾ। ਪਰ ਉਹ ਸਿਰਫ ਇੱਕ ਲੜਕਾ ਸੀਗਾ, ਜਵਾਨ ਜਿਹਾ ਲੜਕਾ ਸੀਗਾ। ਉਹ ਕਹਿੰਦਾ ਸੀਗਾ ਕਿ ਮੇਰੇ ਕੋਲ ਬੁੱਧੀ ਨਹੀਂ ਹੈਗੀ। ਤਾਂ ਉਹਨੇ ਪਰਮੇਸ਼ਰ ਦੇ ਸਾਹਮਣੇ ਚੜਾਏ, ਪਰਮੇਸ਼ਰ ਦੇ ਸਾਹਮਣੇ ਉਹਨੇ ਬੋਇਆ, ਪ੍ਰਾਰਥਨਾ ਕੀਤੀ, ਦੁਹਾਈ ਦਿੱਤੀ ਪਰਮੇਸ਼ਰ ਦੀ, ਔਰ ਪਰਮੇਸ਼ਰ ਦੇ ਕੋਲੋਂ ਉਹਨੇ ਵਿਜ਼ਡਮ ਮੰਗੀ। ਹਾਲੇਲੂਇਆ। ਸੋ ਜਦੋਂ ਉਹਨੇ ਰਾਜ ਕਰਨਾ ਸਟਾਰਟ ਕਰਨਾ ਸੀ, ਜਦੋਂ ਉਹਨੇ ਗੱਦੀ ਦੇ ਉੱਤੇ ਨਿਯੁਕਤ ਕੀਤਾ ਗਿਆ, ਮਤਲਬ ਕਿ ਪੂਰੇ ਦੇ ਪੂਰੇ ਦੇਸ਼ ਨੂੰ ਉਹਨੇ ਗਵਰਨ ਕਰਨਾ ਸੀਗਾ, ਮਤਲਬ ਕਿ ਚਲਾਉਣਾ ਸੀਗਾ, ਉਦੋਂ ਉਹਨੇ ਫਸਟ ਥਿੰਗ ਜੋ ਪਰਮੇਸ਼ਰ ਦੇ ਕੋਲੋਂ ਮੰਗੀ ਉਹ ਸੀਗੀ ਬੁੱਧੀ। ਹਾਲੇਲੂਇਆ। ਅਸੀਂ ਵੀ ਜਦੋਂ ਆਪਣੀ ਲਾਈਫ ਨੂੰ ਨਵੇਂ ਪ੍ਰੋਜੈਕਟ ਸਟਾਰਟ ਕਰਨੇ, ਨਵਾਂ ਕੰਮ ਸਟਾਰਟ ਕਰਨਾ, ਜਦੋਂ ਅਸੀਂ ਐਵਰੀਡੇ ਆਪਣੇ ਕੰਮਾਂ ਦੇ ਉੱਤੇ ਜਾਣਾ, ਹਾਲੇਲੂਇਆ, ਜਦੋਂ ਅਸੀਂ ਕਿਸੇ ਨਾਲ ਗੱਲਬਾਤ ਵੀ ਕਰਨੀ, ਅਸੀਂ ਵਿਜ਼ਡਮ ਮੰਗਣੀ ਆ ਪਹਿਲੀ। ਹਾਲੇਲੂਇਆ। ਤਾਂ ਕਿ ਸਾਡੇ ਸਾਰੇ ਕੰਮ ਪ੍ਰਭਾਵ ਦੇ ਨਾਲ ਪੂਰੇ ਹੋਣ ਔਰ ਸਫਲਤਾ ਦੇ ਨਾਲ ਪੂਰੇ ਹੋਣ। ਹਾਲੇਲੂਇਆ। ਸੋ ਸੁਲੇਮਾਨ ਤੋਂ ਅਸੀਂ ਇਹ ਸਿੱਖਦੇ ਹਾਂ ਕਿ ਉਹਨੇ ਆਪਣਾ ਰਾਜ ਸਟਾਰਟ ਕਰਨ ਤੋਂ ਪਹਿਲਾਂ ਪਹਿਲੀ ਆਪਣੀ ਜਿਹੜੀ ਵਿਨਤੀ ਸੀ ਉਹ ਪਰਮੇਸ਼ਰ ਦੇ ਸਾਹਮਣੇ ਇਹ ਰੱਖੀ ਕਿ ਉਹਨੂੰ ਬੁੱਧੀ ਦਿੱਤੀ ਜਾਵੇ। हालेलुया। लिखा, गिबोन में यहोवा ने रात को सौपन के द्वारा सुलेमान को दर्शन देकर कहा, जो कुछ तू चाहे कि मैं तुझे दूं वह मांग। ਹਾਲੇਲੂਇਆ। ਉਹਨੇ ਪ੍ਰਾਰਥਨਾ ਕਿੱਦਾਂ ਕੀਤੀ? ਫਿਜ਼ੀਕਲੀ, ਆਪਣੇ ਰੂਮ ਦੇ ਵਿੱਚ, ਆਪਣੇ ਪ੍ਰਾਰਥਨਾ ਦੇ ਕਮਰੇ ਦੇ ਵਿੱਚ ਉਹਨੇ ਪ੍ਰਾਰਥਨਾ ਕੀਤੀ ਫਿਜ਼ੀਕਲੀ। ਹਾਲੇਲੂਇਆ। ਪਰ ਪਰਮੇਸ਼ਰ ਨੇ ਉਹਨੂੰ ਜਵਾਬ ਕਿੱਥੇ ਦਿੱਤਾ? ਸੌਪਨ ਦੇ ਵਿੱਚ ਆ ਕੇ। ਹਾਲੇਲੂਇਆ। लिखा कि जो कुछ तू चाहे कि मैं तुझे दूं वह मांग। सुलेमान ने कहा, तू अपने दास मेरे पिता दाऊद पर बड़ी करुणा करता रहा, क्योंकि वह अपने को तेरे सम्मुख जानकर तेरे साथ सच्चाई और धर्म और मन की सच्चाई से चलता रहा। हालेलुया। सो ये सारी प्रार्थना तुसीं अगे पढ़ सकते हैं सुलेमान ने परमेश्वर दे अगे कीती। दैन आपां 7 आयत तो अगे कंटिन्यू करते हैं। और अब हे मेरे परमेश्वर यहोवा, तूने अपने दास को मेरे पिता दाऊद के स्थान पर राजा किया है। हालेलुया। मतलब कि वो कहता कि तुसीं मैनूं नियुक्त किता राज्य करन दे लई, परंतु मैं छोटा लड़का सा हूँ जो भीतर बाहर आना जाना नहीं जानता। फिर तेरा दास तेरी चुनी हुई प्रजा से बहुत ही लोगों के मध्य में है।
जिनकी गिनती बहुतायत के मारे नहीं हो सकती। तू अपने दास को अपनी प्रजा का न्याय करने के लिए समझने की ऐसी शक्ति दे कि मैं भले और बुरे को परख सकूं। क्योंकि कौन ऐसा है कि तेरी इतनी बड़ी प्रजा का न्याय कर सके। इस बात से प्रभु प्रसन्न हुआ कि सुलेमान ने ऐसा वरदान मांगा। हालेलुया, परमेश्वर की होए प्रसन्न होए। बाइबल कहती है कि सुलेमान ने ऐसा वरदान मांगा। लिखा, तब परमेश्वर ने उससे कहा, इसलिए कि तूने ये वरदान मांगा है और ना तो दृढ़ आयु, ना धन, ना अपने शत्रुओं का नाश मांगा है, परंतु समझने के लिए विवेक का वरदान मांगा है। इसलिए सुन, मैं तेरे वचन के अनुसार करता हूँ। तुझे बुद्धि और विवेक से भरा मन देता हूँ। हालेलुया, यहाँ तक कि तेरे समान ना तो तुझसे पहले कोई कभी हुआ और ना बाद में कोई कभी होगा। फिर जो तूने नहीं मांगा, हालेलुया, परमेश्वर ने प्रसन्न हो गए। परमेश्वर कहते हुण जो तू नहीं भी कुछ मंगया तो मैं तेनों वो भी दूंगा। हालेलुया, किस दे कारण मिलिया? ਉਹਨੂੰ बुद्धि दे करके। हालेलुया, ਉਹਨੂੰ ਉਹ चीज़ां भी एक्स्ट्रा मिलियां जो उन्हें मंगियां भी नहीं सीगियां। हालेलुया, फिर जो तूने नहीं मांगा अर्थात धन और महिमा, वह भी मैं तुझे यहाँ तक देता हूँ कि तेरे जीवन भर कोई राजा तेरे तुल्य ना होगा। फिर यदि तू अपने पिता दाऊद के समान मेरे मार्गों में चलता हुआ मेरी विधियों और आज्ञाओं को मानता रहेगा तो मैं तेरी आयु को बढ़ाऊंगा। हालेलुया, सो परमेश्वर ने बुद्धि दे करके उन्होंने धन और महिमा भी दी। हालेलुया, कितनी इंपॉर्टेंट है बुद्धि, कि हर एक सोता ही बुद्धि है। हालेलुया, हालेलुया, वचन कहता कि परमेश्वर ਦੇ ਵਚਨਾਂ ਨੂੰ ਸੁਣ ਕੇ, ਪਰਮੇਸ਼ਰ ਦੀ ਸਿੱਖਿਆ ਨੂੰ ਲੈ ਕੇ ਬਾਈਬਲ ਕਹਿੰਦੀ ਆ ਕਿ ਅਸੀਂ ਅਗਰ ਆਪਣੇ ਹਿਰਦਿਆਂ ਦੇ ਵਿੱਚ ਪਰਮੇਸ਼ਰ ਦੇ ਵਚਨ ਨੂੰ ਰੱਖੀਏ ਤਾਂ ਸਾਡੇ ਨਾਲ ਕੁਸ਼ਲ ਹੁੰਦਾ ਰਹੂਗਾ। ਹਾਲੇਲੂਇਆ, ਅਸੀਂ ਕੁਸ਼ਲ ਦੇ ਨਾਲ ਰਵਾਂਗੇ। ਕੁਸ਼ਲ ਮਤਲਬ ਕਿ ਸਾਡੇ ਨਾਲ ਭਲਾਈ ਹੋਏਗੀ, ਸਾਡੇ ਨਾਲ ਚੰਗਾ ਪਰਮੇਸ਼ਰ ਕਰੇਗਾ। ਹਾਲੇਲੂਇਆ, ਸਾਡੀ ਆਯੂ बढ़ूगी। ਹਾਲੇਲੂਇਆ, ਨੀਤੀ ਵਚਨ 3 ਬਾਪ ਦੇ ਵਿੱਚ ਇਹ ਗੱਲਾਂ ਲਿਖੀਆਂ ਨੇ। ਹਾਲੇਲੂਇਆ, लिखा कि कृपा और सच्चाई तुझसे अलग न होने पाए, वरन उनको अपने गले का हार बनाना और अपनी हृदय रूपी पट्टियों पर लिखना, तो तू परमेश्वर मनुष्य दोनों का अनुग्रह पाएगा। तू अति बुद्धिमान होगा। हालेलुया, सो बुद्धि ਨੂੰ ਸਿੱਖਣ ਦਾ ਲਾਭ ਇਹ ਵੀ ਆ ਕਿ ਅਸੀਂ ਅਤੀ ਬੁੱਧੀਮਾਨ ਠਹਿਰਾਂਗੇ। ਹਾਲੇਲੂਇਆ, ਪਰਮੇਸ਼ਰ ਮਨੁੱਖ ਦੋਨਾਂ ਦੇ ਨਿਗਾਹ ਦੇ ਵਿੱਚ। ਹਾਲੇਲੂਇਆ, ਸਾਨੂੰ ਫੇਵਰ ਮਿਲੇਗਾ, ਅਨੁਗ੍ਰਹਿ ਮਿਲੇਗਾ। ਅਸੀਂ ਜਿੱਥੇ ਵੀ ਜਾਵਾਂਗੇ ਉੱਥੇ ਪਰਮੇਸ਼ਰ ਸਾਨੂੰ ਫੇਵਰ ਦੇਗਾ, ਸਾਨੂੰ ਗ੍ਰੇਸ ਦੇਗਾ। ਹਾਲੇਲੂਇਆ, ਔਰ ਅਸੀਂ ਕੁਸ਼ਲ ਦੇ ਨਾਲ ਰਵਾਂਗੇ, ਮਤਲਬ ਕਿ ਸਾਡੇ ਹਰੇਕ ਗੱਲ ਕੰਮ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ ਕੁਸ਼ਲ ਹੋਏਗਾ, ਭਲਾ ਹੋਊਗਾ। ਹਾਲੇਲੂਇਆ, ਕਾਹਦੇ ਨਾਲ? ਵਿਜ਼ਡਮ ਦੇ ਨਾਲ। ਹਾਲੇਲੂਇਆ, ਸਾਡੀ ਲੰਬੀ ਆਯੂ ਹੋਏਗੀ ਕਾਹਦੇ ਨਾਲ? ਵਿਜ਼ਡਮ ਦੇ ਨਾਲ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਈਵਨ ਕਿ ਵਚਨ ਕਹਿੰਦਾ ਕਿ ਅਗਰ ਅਸੀਂ ਪਰਮੇਸ਼ਰ ਦਾ ਭੈ ਮੰਨੀਏ ਤਾਂ ਬਾਈਬਲ ਕਹਿੰਦੀ ਆ ਕਿ ਸਾਡਾ ਸਰੀਰ ਭਲਾ ਚੰਗਾ ਰਹੂਗਾ, ਮਤਲਬ ਕਿ ਸਾਡੀ ਹੀਲਿੰਗ ਹੋਊਗੀ। ਹਾਲੇਲੂਇਆ, ਪਰਮੇਸ਼ਰ ਦੇ ਵਚਨ ਨੂੰ ਸੁਣ ਕੇ, ਪੜ੍ਹ ਕੇ, ਚੱਲ ਕੇ ਵਚਨ ਉੱਤੇ। ਹਾਲੇਲੂਇਆ, ਔਰ ਲਿਖਿਆ ਤੇਰੀ ਹੱਡੀਆਂ ਪੁਸ਼ਟ ਰਹਿਣਗੀਆਂ। ਪੁਸ਼ਟ ਹੋਣ ਦਾ ਮਤਲਬ ਕਿ ਸਾਡੀਆਂ ਹੱਡੀਆਂ ਦੇ ਵਿੱਚ ਗਰੀਸ ਦੀ ਕਮੀ ਨਹੀਂ ਹੋਊਗੀ, ਮੋਇਸਚਰ ਹੋਣਗੀਆਂ ਸਾਡੀਆਂ ਹੱਡੀਆਂ। ਹਾਲੇਲੂਇਆ, ਪ੍ਰੇਜ਼ ਦ ਲਾਰਡ। बुद्धि का लाभ ये भी यहाँ लिखा कि 13 आयत ਦੇ ਵਿੱਚ लिखा, क्या ही धन्य है वह मनुष्य जो बुद्धि पाए और वह मनुष्य जो समझ प्राप्त करे, क्योंकि बुद्धि की प्राप्ति चांदी की प्राप्ति से बड़ी और उसका लाभ चोखे सोने के लाभ से भी उत्तम है। हालेलुया, मतलब कि परमेश्वर ਦੀ ਨਿਗਾਹ ਦੇ ਵਿੱਚ ਜਿਹੜੀ ਬੁੱਧੀ ਦੀ ਪ੍ਰਾਪਤੀ ਆ ਉਹ ਸੋਨੇ ਚਾਂਦੀ ਨਾਲੋਂ ਵੀ ਅਧਿਕ ਕਿਤੇ ਹੀ ਜ਼ਿਆਦਾ ਬਹੁਮੁੱਲੇ ਆ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਬਾਈਬਲ ਕਹਿੰਦੀ ਆ ਵਿਜ਼ਡਮ ਦੇ ਬਾਰੇ 16 ਆਇਤ ਦੇ ਵਿੱਚ ਲਿਖਿਆ, ਨੀਤੀ ਬਚਨ 3 ਦੀ 16 ਦੇ ਵਿੱਚ ਲਿਖਿਆ, ਉਸਕੇ ਦਾਇਨੇ ਹੱਥ ਮੇ, ਕਿਹਦੇ? ਬੁੱਧੀ ਦੇ ਹੱਥ ਦੇ ਵਿੱਚ, ਬੁੱਧੀ ਦੇ ਦਾਇਨੇ ਹੱਥ ਦੇ ਵਿੱਚ ਦ੍ਰਿੜ ਆਯੂ ਔਰ ਉਹਦੇ ਬਾएं ਹੱਥ ਦੇ ਵਿੱਚ ਧਨ ਔਰ ਮਹਿਮਾ ਹੁੰਦੀ ਆ। ਹਾਲੇਲੂਇਆ, ਮਤਲਬ ਕਿ ਜਿੰਨੇ ਕਿਸੇ ਨੇ ਬੁੱਧੀ ਪਾਈ ਪਰਮੇਸ਼ਰ ਦੇ ਕੋਲੋਂ, ਜੋ ਕਿ ਸ੍ਰੇਸ਼ਟ ਆਪਾਂ ਪੜ੍ਹਿਆ ਪਰਮੇਸ਼ਰ ਦੇ ਬਚਨ ਦੇ ਵਿੱਚ ਲਿਖਿਆ ਕਿ ਉਹਦੇ ਦਾਇਨੇ ਹੱਥ ਦੇ ਵਿੱਚ ਦ੍ਰਿੜ ਆਯੂ, ਮਤਲਬ ਕਿ ਲੰਬੀ ਆਯੂ, ਔਰ ਬਾएं ਹੱਥ ਦੇ ਵਿੱਚ ਧਨ ਔਰ ਮਹਿਮਾ ਵੀ ਅਸੀਂ ਪ੍ਰਾਪਤ ਕਰਦੇ ਹਾਂ। ਹਾਲੇਲੂਇਆ, ਇਟ ਮੀਨਸ ਕਿ ਧਨ ਔਰ ਮਹਿਮਾ ਜਿਹੜੀ ਆ ਉਹ ਸ਼ੈਤਾਨ ਦੇ ਵੱਲੋਂ ਨਹੀਂ ਆ। ਇਹ ਬਿਲਕੁਲ ਸਹੀ ਨਹੀਂ ਆ ਸੋਚਣਾ ਕਿ ਧਨ ਜਿਹੜੇ ਆ ਉਹ ਸ਼ੈਤਾਨ ਦੇ ਵੱਲੋਂ ਆ। ਸ਼ੈਤਾਨ ਸਿਰਫ ਉਹੀ ਕਾਪੀ ਕਰਦਾ ਜੋ ਪਰਮੇਸ਼ਰ ਆਪਣੇ ਲੋਕਾਂ ਨੂੰ ਦਿੰਦਾ ਆ। ਹਾਲੇਲੂਇਆ, ਪਰ ਓਰੀਜਨਲ ਪ੍ਰਿੰਸੀਪਲ ਜਿਹੜੇ ਆ ਧਨ ਦੇ, ਮਹਿਮਾ ਦੇ, ਗਲੋਰੀ ਦੇ,
ਇਹ ਸਾਰੇ ਪਰਮੇਸ਼ਰ ਦੇ ਰਾਜ ਤੋਂ ਆਉਂਦੇ ਆ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਇੱਕ ਪਰਮੇਸ਼ਰ ਦੀ ਵੀ ਅਸੀਂ ਐਗਜ਼ਾਮਪਲ ਦੇਖਦੇ ਹਾਂ ਇਸੇ ਚੈਪਟਰ ਦੇ ਵਿੱਚ, ਨੀਤੀ ਵਚਨ 3 ਉਹਦੀ 19 ਆਇਤ ਦੇ ਵਿੱਚ ਲਿਖਿਆ, यहोवा ने पृथ्वी की नींव बुद्धि ही से डाली और स्वर्ग को समझ ही के द्वारा स्थिर किया। किद्दां परमेश्वर ने स्थिर किया? समझ के द्वारा। बनाई किद्दां परमेश्वर ने पृथ्वी? अगर परमेश्वर की दया दे नाल सानू पता आ कि पृथ्वी की जिहड़ी नींव आ पाणियां दे उत्ते आ। हालेलुया, तां इहो जिहा सर्वशक्तिमान परमेश्वर जिन्ने पाणियां दे उत्ते एक पूरी दी पूरी धरती दी परमेश्वर ने नींव पाई। हालेलुया, कि असी ये चीज़ कर सकते हैं कि असी पानी लैके उहदे उत्ते एक 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 पेड़ दी सृष्टि कर सकते हैं। असी उत्ते पेड़ लगा सकते, पानी दे उत्ते उहदी नींव पा सकते हैं। हालेलुया, पर परमेश्वर कहते जिहड़ी मेरी बुद्धि आ जो कि श्रेष्ठ है, जो कि स्वर्गी आ, ਉਹਦੇ ਨਾਲ ਤੁਸੀਂ ਇਹੋ ਜਗਾਵਾਂ ਦੇ ਉੱਤੇ ਨੀਂਵ ਪਾ ਦੂੰਗੇ ਜਿੱਥੇ ਕਿ ਲੋਕਾਂ ਦੇ ਲਈ ਇੰਪੋਸੀਬਲ ਆ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਸੋ ਅਸੀਂ ਪਰਮੇਸ਼ਵਰ ਦੀ ਬੁੱਧੀ ਪ੍ਰਾਪਤ ਕਰਨੀ ਆ, ਪਰਮੇਸ਼ਵਰ ਦੇ ਵਚਨ ਦੇ ਨਾਲ ਅਸੀਂ ਬੁੱਧੀ ਪ੍ਰਾਪਤ ਕਰਕੇ ਪਰਮੇਸ਼ਵਰ ਦੇ ਵਚਨ ਦੇ ਅਕੋਰਡਿੰਗ ਅਸੀਂ ਚੱਲਣਾ ਤਾਂ ਕਿ ਅਸੀਂ ਵੀ श्रेष्ठ ਬਣੀਏ। ਹਾਲੇਲੂਇਆ, ਬਾਈਬਲ ਕਹਿੰਦੀ ਆ ਨੀਤੀ ਵਚਨ 8 ਉਹਦੀ 35 ਦੇ ਵਿੱਚ ਲਿਖਿਆ, 35 ਐਤ ਦੇ ਵਿੱਚ ਲਿਖਿਆ, क्योंकि जो मुझे पाता है, कौन बोल रहा? बुद्धि बोल रही है, क्योंकि जो मुझे पाता है वह जीवन को पाता है और यहोवा उससे प्रसन्न होता है। हालेलुया, ਤੁਸੀਂ ਅਗਰ ਤੁਸੀਂ ਕਿਸੇ ਰਾਜੇ ਨੂੰ ਪ੍ਰਸੰਨ ਕਰਦੇ ਆ, ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਰਾਜੇ ਨੂੰ ਪ੍ਰਸੰਨ ਕਰਦੇ ਹੁੰਦੇ ਸੀਗੇ, ਜੋ ਕਿ ਨੱਚਦੇ ਹੁੰਦੇ ਸੀਗੇ, ਜੋ ਉਹਨਾਂ ਦੇ ਸਾਹਮਣੇ ਪਰਫਾਰਮ ਕਰਦੇ ਹੁੰਦੇ ਸੀ ਕੁਛ ਨਾ ਕੁਛ, ਤਾਂ ਰਾਜੇ ਆਪਣੇ ਗਲੇ ਦੇ ਵਿੱਚੋਂ ਮਾਲਾ ਕੱਢ ਕੇ ਆਪਣੇ ਗਲੇ ਦੇ ਵਿੱਚ ਸੋਨੇ ਦੀਆਂ ਵੈਲਿਊਏਬਲ ਚੀਜ਼ਾਂ ਕੱਢ ਕੇ ਇੱਦਾਂ ਹੀ ਫੜਾ ਦਿੰਦੇ ਹੁੰਦੇ ਸੀਗੇ। ਔਰ ਜਦੋਂ ਰਾਜੇ ਪ੍ਰਸੰਨ ਹੁੰਦੇ ਸੀ, ਕੁਛ ਰਾਜੇ ਤਾਂ ਇਸ ਹੱਦ ਤੱਕ ਪ੍ਰਸੰਨ ਹੋ ਕੇ ਕਹਿ ਦਿੰਦੇ ਹੁੰਦੇ ਸੀਗੇ, तुझे जो चाहिए मांग, मैं अपने राज्य का आधा हिस्सा तक तुझे दे दूंगा। ਜਦੋਂ ਰਾਜੇ ਪ੍ਰਸੰਨ ਹੁੰਦੇ ਸੀ। ਔਰ ਇੱਥੇ ਰਾਜਿਆਂ ਦਾ ਰਾਜਾ ਸਰਬਸ਼ਕਤੀਮਾਨ ਪਰਮੇਸ਼ਰ ਜੇ ਤੁਹਾਡੇ ਤੋਂ ਪ੍ਰਸੰਨ ਹੋ ਗਿਆ ਤਾਂ ਕਿਸ ਰੀਤੀ ਦੇ ਨਾਲ ਉਹ ਤੁਹਾਨੂੰ ਬਲੈਸ ਕਰੇਗਾ। ਹਾਲੇਲੂਇਆ, ਸੱਚਮੁੱਚ ਆਕਾਸ਼ ਦੇ ਜਰੋਖੇ ਔਰ ਖਿੜਕੀਆਂ ਨੂੰ ਖੋਲ ਕੇ ਤੁਹਾਨੂੰ ਬਲੈਸ ਕਰੇਗਾ ਪਰਮੇਸ਼ਰ, ਕਿ ਪਰਮੇਸ਼ਰ ਕਹਿੰਦੇ ਕਿ ਰੱਖਣ ਦੀ ਜਗ੍ਹਾ ਨਹੀਂ ਹੋਏਗੀ। ਹਾਲੇਲੂਇਆ, ਇੰਨਾ ਮੈਂ ਅਬੰਡੈਂਸਲੀ ਤੁਹਾਨੂੰ ਬਲੈਸ ਕਰੂੰਗਾ। ਪ੍ਰੇਜ਼ ਦ ਲਾਰਡ। ਸਭ ਉਪਦੇਸ਼ਕ 7 ਉਹਦੀ 12 ਐਤ ਅਗਰ ਆਪਾਂ ਪੜ੍ਹੀਏ ਤਾਂ ਉਹਦੇ ਵਿੱਚ ਇੱਕ ਵੰਡਰਫੁਲ ਪ੍ਰਕਾਸ਼ ਲਿਖਿਆ ਆ बुद्धि के बारे ही। हालेलुया, लिखा, क्योंकि बुद्धि की आड़ रुपए की आड़ का काम देता है, परंतु ज्ञान की श्रेष्ठता ये है कि बुद्धि से उसके रखने वालों के प्राण की रक्षा होती है। हालेलुया, ਜਿਹੜੇ ਅਮੀਰ ਲੋਕ ਹੁੰਦੇ ਉਹਨਾਂ ਉਹ ਚੀਜ਼ਾਂ ਨੂੰ ਕਰਨ ਦੇ ਲਈ ਜਾਂ ਕਿਤੇ ਜਾਣ ਦੇ ਲਈ ਸਟਰਗਲ ਨਹੀਂ ਕਰਦੇ। ਕਿਉਂ? ਕਿਉਂਕਿ ਉਹਨਾਂ ਦੇ ਕੋਲ ਪੈਸਾ ਆ। ਹਾਲੇਲੂਇਆ, ਅਗਰ ਉਹਨਾਂ ਨੇ ਕੋਈ ਆਪਣਾ ਕੰਮ ਵੀ ਕਢਵਾਉਣਾ ਹੋਵੇ ਤਾਂ ਉਹਨਾਂ ਦਾ ਪੈਸਾ, ਉਹਨਾਂ ਦੀ ਪਾਵਰ ਉਹਨਾਂ ਦੇ ਲਈ ਇਨਫ ਆ ਉਹ ਕੰਮ ਨੂੰ ਕਰਵਾਉਣ ਦੇ ਲਈ। ਹਾਲੇਲੂਇਆ, ਸੋ ਉਹਨਾਂ ਦੇ ਲਈ ਉਹ ਇੱਕ ਸ਼ੀਲਡ ਆ, ਮਤਲਬ ਕਿ ਇੱਕ ਉਹਨਾਂ ਦੇ ਬਚਾਵ ਦਾ ਕਾਰਨ ਆ। बाइबल कहती कि बुद्धि की आड़ रुपए की आड़ का काम देता है, मतलब कि बुद्धि जिहड़ी वो इदां ही तुहाडे लई एक शील्ड बन जाएगी। जिहड़ी बुद्धि आ इदां ही तुहाडे लई इन्नी श्रेष्ठ ठहरेगी कि तुहाडे कोई भी काम रुकूगा नहीं, बल्कि सारे काम बुद्धि के द्वारा कंप्लीट होणगे। हालेलुया, और रुपयां दा काम करेगी जिहड़ी बुद्धि होएगी। हालेलुया, प्रेज द लॉर्ड। और ईवन के बाइबल कहती कि बुद्धि रखण वाले जिहड़े आ कि उन्हां दे प्राणां दी रक्षा कौन करेगी? बुद्धि करेगी। हालेलुया, एक प्रोटेक्शन आ बुद्धि। हालेलुया, प्रेज द लॉर्ड। बाइबल कहती है बुद्धि मूंगे से भी अच्छी है और सारी मनभावनी वस्तुओं में कोई भी उसके तुल्य नहीं है। हालेलुया, मतलब कि जिहड़ा सर्वशक्तिमान परमेश्वर बुद्धि नूं श्रेष्ठ ठहरा रहा आ, इट मीनस कि बाकी कोई भी चीज़ बुद्धि दे तुल्य नहीं है, क्योंकि सब कुछ निकलता ही बुद्धि दे विचों आ। बुद्धि एक सोता है, एक जीवन दा सोता है। हालेलुया, इमैजिन करो कि अगर किसी ने बुद्धि पा ली तो उन्हें एक हिसाब का कुआं अपने घरे लवा लिया आ। हालेलुया, ब्लैसिंग्स का। तो सो जद कदी उन्होंने प्यास लगे तद वो उस कुएं दे विचों कढ़ के पी सकता है, उन्होंने कटी नहीं होएगी। वो मारा नहीं फिरेगा, वो इधर उधर भटकेगा नहीं कि मैनू कित्थों मेरा आसरा होएगा, कित्थों मेरे लिए प्रोविजनस होणगे, कित्थों मेरे लिए प्रोवाइड होएगा। हालेलुया, कोई भी चीज़ बाइबल कहती कि परमेश्वर का भय मनन दे नाल, परमेश्वर के वचन दे विच चलण दे नाल बाइबल कहती कि साडी हीलिंग भी हुंदी आ। हालेलुया, बाइबल कहती कि साडी सेहत भी जिहड़ी आ कि ओह असी शरीर दे विच भी चंगे भले रवांगे। और बाइबल कहती आ
ਸਾਡਾ ਸਰੀਰ ਵੀ ਚੰਗਾ ਭਲਾ ਰਹੇਗਾ ਔਰ ਬਾਈਬਲ ਕਹਿੰਦੀ ਕਿ ਸਾਡੀ ਹੱਡੀਆਂ ਵੀ ਪੁਸ਼ਟ ਰਹਿਣਗੀਆਂ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਬਾਈਬਲ ਕਹਿੰਦੀ ਆ ਕਿ ਸਭ ਤੋਂ ਸ੍ਰੇਸ਼ਟ ਖਰੀ ਬੁੱਧੀ ਕੇਵਲ ਯਹੋਵਾ ਦੇ ਵੱਲੋਂ ਹੀ ਆਉਂਦੀ ਆ, ਉੱਪਰੋਂ ਹੀ ਆਉਂਦੀ ਆ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਇੱਕ ਦੁਨਿਆਵੀ ਬੁੱਧੀ ਵੀ ਹੈਗੀ ਆ, ਚਤੁਰਾਈ ਹੈਗੀ ਆ। ਹਾਲੇਲੂਇਆ, ਪਰ ਉਸ ਚਤੁਰਾਈ, ਉਸ ਵਿਜ਼ਡਮ ਦੇ ਵਿੱਚ ਲੋਕ ਸਿਰਫ ਔਰ ਸਿਰਫ ਆਪਣਾ ਫਾਇਦਾ ਦੇਖਦੇ ਆ ਔਰ ਉਹ ਇੱਕ ਸੈਲਫਿਸ਼ ਵਿਜ਼ਡਮ ਹੋ ਸਕਦੀ ਆ। ਪਰ ਜਿਹੜੀ ਸਵਰਗੀ ਵਿਜ਼ਡਮ ਆ ਉਹ ਸੈਲਫਿਸ਼ ਨਹੀਂ ਹੁੰਦੀ। ਹਾਲੇਲੂਇਆ, ਬਾਈਬਲ ਕਹਿੰਦੀ ਆ ਕਿ ਉਹ ਕਪਟ ਵਾਲੀ ਵਿਜ਼ਡਮ ਨਹੀਂ ਆ। ਹਾਲੇਲੂਇਆ, ਉਹ ਦੁਸ਼ਟਤਾ ਵਾਲੀ ਵਿਜ਼ਡਮ ਨਹੀਂ ਆ। ਹਾਲੇਲੂਇਆ, ਉਹ ਪੀਸ ਪੈਦਾ ਕਰਨ ਵਾਲੀ ਵਿਜ਼ਡਮ ਆ। ਹਾਲੇਲੂਇਆ, ਔਰ ਉਹ ਸਵਰਗੀ ਆ, ਪਰਮੇਸ਼ਰ ਦੇ ਵੱਲੋਂ ਆਉਂਦੀ ਆ। ਹਾਲੇਲੂਇਆ, ਤਾਂ ਸੋ ਅਸੀਂ ਆਪਣੀ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਵਿਜ਼ਡਮ ਨੂੰ ਲੈਣੀ ਆ ਕਿ ਜਿਹੜਾ ਪਰਮੇਸ਼ਵਰ ਪਾਣੀਆਂ ਉੱਤੇ ਨੀਂਹ ਪਾ ਸਕਦਾ। ਹਾਲੇਲੂਇਆ, ਉਹ ਤੁਹਾਡੀ ਜ਼ਿੰਦਗੀ ਦਾ ਕੀ ਹਾਲ ਕਰੇਗਾ ਅਗਰ ਤੁਸੀਂ ਉਹਦੀ ਵਿਜ਼ਡਮ ਨੂੰ ਪਾ ਲਿਆ। ਹਾਲੇਲੂਇਆ, ਤਾਂ ਸੋ ਪਰਮੇਸ਼ਵਰ ਤੁਹਾਡੀ ਜ਼ਿੰਦਗੀ ਨੂੰ ਟੋਟਲੀ ਟਰਾਂਸਫਾਰਮ ਕਰ ਦੇਗਾ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਲੋਕ ਤੁਹਾਡੀ ਜ਼ਿੰਦਗੀ ਨੂੰ ਦੇਖ ਕੇ ਹੈਰਾਨ ਹੋਣਗੇ, ਲੋਕ ਤੁਹਾਡੀ ਜ਼ਿੰਦਗੀ ਨੂੰ ਦੇਖ ਕੇ ਸਰਪ੍ਰਾਈਜ਼ ਹੋਣਗੇ ਕਿ ਤੁਹਾਡੇ ਕੋਲ ਜੋ ਆਸ਼ੀਸ਼ਾਂ ਆ ਨਾ ਉਹ ਅਨਕੰਪੈਰੇਬਲ ਆ। ਹਾਲੇਲੂਇਆ, ਦਾ ਕੋਈ ਮੈਚ ਨਹੀਂ ਦੁਨੀਆ ਦੇ ਨਾਲ। ਕਿਉਂ? ਕਿਉਂਕਿ ਤੁਹਾਡੇ ਕੋਲ ਪਰਮੇਸ਼ਵਰ ਦੀ ਬੁੱਧੀ ਆ। ਬਾਈਬਲ ਕਹਿੰਦੀ ਆ ਕਿ ਪਰਮੇਸ਼ਵਰ ਦੇ ਹੱਥਾਂ ਜਿਹਾ ਕਾਰਜ ਅੱਜ ਤੱਕ ਹੋਰ ਕੋਈ ਨਹੀਂ ਕਰ ਸਕਦਾ। ਹਾਲੇਲੂਇਆ, ਆਸ਼ਚਰਯ ਕਰਮ ਕਿਹੜੇ ਆ? ਐਡੇ ਵੱਡੇ ਵੱਡੇ ਪਹਾੜ ਬਣਾਉਣੇ, ਸਮੁੰਦਰਾਂ ਦੀ ਹੱਦਾਂ ਠਹਿਰਾਉਣੀਆਂ, ਸਮੁੰਦਰ ਦੇ ਵਿੱਚ ਕਿੰਨਾ ਗਹਿਰਾ ਸਮੁੰਦਰ ਔਰ ਕਿਹੋ ਜਿਹੇ ਜੀਵ ਜੰਤੂ ਨੇ ਸਮੁੰਦਰ ਦੇ ਵਿੱਚ, ਇਹੋ ਜਿਹੇ ਆਸ਼ਚਰਯ ਕਰਮ, ਇਹੋ ਜਿਹੇ ਭਿਆਨਕ ਕੰਮ। ਹਾਲੇਲੂਇਆ, ਕੋਈ ਮੈਚ ਨਹੀਂ ਕਰ ਸਕਦਾ ਪਰਮੇਸ਼ਰ ਦੇ ਕੰਮਾਂ ਨੂੰ। ਹਾਲੇਲੂਇਆ, ਤਾਂ ਇਮੈਜਿਨ ਕਰੋ, ਪਰਮੇਸ਼ਰ ਕਹਿੰਦੇ ਕਿ ਜਿਹੜੀ ਬੁੱਧੀ ਮੇਰੀ ਆ, ਸੋਫੀਆ ਵਿਜ਼ਡਮ, ਸਭ ਤੋਂ ਸ੍ਰੇਸ਼ਟ ਵਿਜ਼ਡਮ। ਹਾਲੇਲੂਇਆ, ਪਰਮੇਸ਼ਰ ਕਹਿੰਦਾ ਅਗਰ ਤੁਸੀਂ ਉਹਨੂੰ ਪਾ ਲਏ, ਹਾਲੇਲੂਇਆ, ਤਾਂ ਪ੍ਰਿਥਵੀ ਦੀ ਨੀਂਵ ਤੋਂ ਲੈ ਕੇ ਆਕਾਸ਼ਾਂ ਨੂੰ ਤੰਨਣ ਤੱਕ, ਹਾਲੇਲੂਇਆ, ਬਾਈਬਲ ਕਹਿੰਦੀ ਕਿ ਪਰਮੇਸ਼ਰ ਨੇ ਆਕਾਸ਼ਾਂ ਨੂੰ ਸਥਿਰ ਕੀਤਾ। ਹਾਲੇਲੂਇਆ, ਤੁਹਾਡੀ ਵਿਜ਼ਡਮ ਇਹੋ ਜਿਹੀ ਹੋਏਗੀ ਕਿ ਤੁਸੀਂ ਦੂਸਰਿਆਂ ਦੇ ਕੰਪੈਰੀਜ਼ਨ ਨਾਲ ਇਹੋ ਜਿਹੀਆਂ ਸ੍ਰੇਸ਼ਟਤਾ ਦੀਆਂ ਚੀਜ਼ਾਂ ਕਰ ਸਕੋਗੇ ਕਿ ਲੋਕ ਹੈਰਾਨ ਹੋਣਗੇ। ਹਾਲੇਲੂਇਆ, ਪਰ ਇਹ ਪਰਮੇਸ਼ਰ ਦੀ ਬੁੱਧੀ ਦੇ ਦੁਆਰਾ ਹੀ ਹੋਏਗਾ। ਸਾਡੀ ਪ੍ਰਾਰਥਨਾ ਵੀ ਬੁੱਧੀ ਦੇ ਦੁਆਰਾ ਹੁੰਦੀ, ਸਾਡੇ ਕੰਮ ਵੀ ਬੁੱਧੀ ਦੇ ਦੁਆਰਾ ਹੁੰਦੇ, ਸਾਡੀ ਸਫਲਤਾ ਵੀ ਬੁੱਧੀ ਦੇ ਦੁਆਰਾ ਹੁੰਦੀ ਆ। ਹਾਲੇਲੂਇਆ, ਇਸ ਲਈ ਬੁੱਧੀ ਸਭ ਤੋਂ ਸ੍ਰੇਸ਼ਟ ਆ। ਪਰ ਅਸੀਂ ਬੁੱਧੀ ਨੂੰ ਪਾ ਕਿੱਦਾਂ ਸਕਦੇ ਹਾਂ ਪ੍ਰੈਕਟੀਕਲੀ ਆਪਣੀ ਲਾਈਫ ਦੇ ਵਿੱਚ? ਹਾਲੇਲੂਇਆ, ਜਦ ਅਸੀਂ ਪ੍ਰਾਰਥਨਾ ਕਰਨ ਦੇ ਲਈ ਬੈਠੀਏ, ਅਸੀਂ ਪਰਮੇਸ਼ਰ ਦੀ ਵਰਸ਼ਿਪ ਤੋਂ ਸਟਾਰਟ ਕਰੀਏ, ਅਸੀਂ ਪਰਮੇਸ਼ਰ ਦੀ ਪ੍ਰਸ਼ੰਸਾ ਕਰੀਏ ਆਪਣੇ ਵਚਨਾਂ ਦੇ ਨਾਲ। ਹਾਲੇਲੂਇਆ, ਉਹਦੀ ਵਰਸ਼ਿਪ ਕਰਦੇ ਹੋਏ ਸਟਾਰਟ ਕਰੀਏ ਕਿ ਸਰਬਸ਼ਕਤੀਮਾਨ ਪਰਮੇਸ਼ਰ ਤੂੰ ਸ੍ਰੇਸ਼ਟ ਆ, ਤੂੰ ਬੁੱਧੀਮਾਨ ਆ, ਤੂੰ ਤਾਨਿਆ, ਤੂੰ ਸਰਬਸ਼ਕਤੀਮਾਨ ਪਰਮੇਸ਼ਰ ਆ, ਤੂੰ ਰਾਜਾਵਾਂ ਦਾ ਰਾਜਾ, ਤੂੰ ਪ੍ਰਭੂਆਂ ਦਾ ਪ੍ਰਭੂ। ਹਾਲੇਲੂਇਆ, ਉਹਦੀ ਪ੍ਰਸ਼ੰਸਾ ਕਰੀਏ। ਹਾਲੇਲੂਇਆ, ਐਂਡ ਦੈਨ ਬਾਈਬਲ ਕਹਿੰਦੀ ਹੈ ਕਿ ਅਸੀਂ ਵਿਜ਼ਡਮ ਨੂੰ ਮੰਗੀਏ ਜੋ ਕਿ ਵਿਜ਼ਡਮ ਸ੍ਰੇਸ਼ਟ ਆ। ਹਾਲੇਲੂਇਆ, ਔਰ ਅਗਰ ਅਸੀਂ ਨੀਤੀ ਵਚਨ 9 ਉਹਦੀ 10 ਦੇ ਵਿੱਚ ਦੇਖੀਏ, यहोवा का भय मानना बुद्धि का आरंभ है और परम प्रधान ईश्वर को जानना ही समझ है। हालेलूया, मतलब कि ਜਦੋਂ ਅਸੀਂ ਪਰਮੇਸ਼ਰ ਦਾ ਭੈ ਮੰਨ ਕੇ ਆਪਣੀ ਜ਼ਿੰਦਗੀ ਵਿੱਚ ਚੱਲਦੇ ਹਾਂ, ਭੈ ਮੰਨ ਕੇ ਅਸੀਂ ਪਰਮੇਸ਼ਰ ਦੇ ਵਚਨ ਨੂੰ ਫੋਲੋ ਕਰਦੇ ਹਾਂ, ਤਾਂ ਅਸੀਂ ਆਲਰੇਡੀ ਬੁੱਧੀ ਦੀ ਸ਼ੁਰੂਆਤ ਕਰ ਲਈ ਆ। ਹਾਲੇਲੂਇਆ, ਆਲਰੇਡੀ ਅਸੀਂ ਬੁੱਧੀ ਦੇ ਵਿੱਚ ਆ ਚੁੱਕੇ ਹਾਂ। ਪ੍ਰੇਜ਼ ਦ ਲਾਰਡ। ਹਾਲੇਲੂਇਆ, ਅਗਰ ਅਸੀਂ ਯਾਕੂਬ ਦੀ ਪੁਸਤਕ ਉਹਦੀ 1 बाब और 5 आयत ਦੇ ਵਿੱਚ देखिए, लिखा पर यदि तुम में से किसी को बुद्धि की घटी हो तो परमेश्वर से मांगे जो बिना उलाहना दिए सबको उदारता से देता है और उसको दी जाती है। हालेलुया, मतलब कि ਅਸੀਂ ਪਰਮੇਸ਼ਰ ਦੇ ਕੋਲੋਂ ਵਿਜ਼ਡਮ ਮੰਗੀਏ ਜੇ ਸਾਨੂੰ ਘਟੀ ਆ ਤਾਂ ਹਾਲੇਲੂਇਆ, ਬਾਈਬਲ ਕਹਿੰਦੀ ਹੈ ਕਿ ਉਹ ਜੈਨਰਸਲੀ ਦਿੰਦਾ ਆ, ਮਤਲਬ ਕਿ ਦਿਲ ਖੋਲ ਕੇ ਦਿੰਦਾ ਆ। ਹਾਲੇਲੂਇਆ, ਅਗਰ ਤੁਸੀਂ ਉਹਦੇ ਕੋਲੋਂ 1 ਰੋਟੀ ਮੰਗਦੇ ਹੋ, ਉਹਨੇ ਤੁਹਾਨੂੰ 5 ਦੇਣੀਆਂ। ਪਰਮੇਸ਼ਰ ਇੰਨਾ ਪ੍ਰਸੰਨ ਹੁੰਦਾ ਵਿਜ਼ਡਮ ਦੀ ਪ੍ਰਾਰਥਨਾ ਤੋਂ ਕਿ ਅਗਰ ਤੂੰ ਵਿਜ਼ਡਮ ਮੰਗੀ ਆ, ਇਹ ਵਰਦਾਨ ਮੰਗਿਆ ਤਾਂ ਮੈਂ ਤੈਨੂੰ ਪ੍ਰਸੰਨ ਹੋ ਕੇ ਦਊਂਗਾ। ਹਾਲੇਲੂਇਆ। ਦੈਨ ਲਿਖਿਆ ਨੀਤੀ ਵਚਨ ਉਹਦੀ 2 बाब ਦੇ ਵਿੱਚ ਲਿਖਿਆ 6 आयत ਵਿੱਚ, क्योंकि बुद्धि यहोवा ही देता है, ज्ञान समझ की बातें उसी के मुंह से निकलती हैं। हालेलुया, मतलब कि बुद्धि ਜਿਹੜੀ ਆ ਯਹੋਵਾ ਹੀ ਦਿੰਦਾ ਔਰ ਉਹਦੇ ਮੂੰਹ ਚੋਂ ਨਿਕਲਦੀ ਆ ਬੁੱਧੀ, ਸਮਝ, ਗਿਆਨ ਦੀਆਂ ਗੱਲਾਂ। ਹਾਲੇਲੂਇਆ, ਔਰ ਉਹਦੇ ਮੂੰਹ ਚੋਂ ਨਿਕਲਿਆ ਹੋਇਆ ਕੀ ਆ? ਵਚਨ, ਪਰਮੇਸ਼ਰ ਦਾ ਵਚਨ। ਹਾਲੇਲੂਇਆ, ਇਟ ਮੀਨਸ ਕਿ ਜਦੋਂ ਅਸੀਂ ਪਰਮੇਸ਼ਰ ਦੇ ਨਾਲ ਸੰਗਤੀ ਕਰਾਂਗੇ, ਪ੍ਰਾਰਥਨਾ ਕਰਾਂਗੇ, ਵਚਨ ਪੜਾਂਗੇ, ਪਰਮੇਸ਼ਰ ਦੇ ਨਿਕਲੀਆਂ ਹੋਈਆਂ ਮੂੰਹ ਚੋਂ ਗੱਲਾਂ ਜਿਹੜੀਆਂ ਵਚਨ ਉਹਨੂੰ ਪੜਾਂਗੇ, ਅਸੀਂ ਬੁੱਧੀ ਪ੍ਰਾਪਤ ਕਰਾਂਗੇ। ਹਾਲੇਲੂਇਆ,
ਪ੍ਰੇਜ਼ ਦ ਲਾਰਡ। ਤਾਂ ਸੋ ਪਰਮੇਸ਼ਰ ਦੇ ਨਾਲ ਸੰਗਤੀ ਕਰਨ ਦਾ ਮਤਲਬ ਪਰਮੇਸ਼ਰ ਦੇ ਨਾਲ ਬੈਠਣਾ, ਪ੍ਰਾਰਥਨਾ ਕਰਨੀ, ਉਹਦੇ ਨਾਲ, ਉਹਦੇ ਵਚਨ ਦੇ ਵਿੱਚੋਂ ਦੀ ਗੱਲ ਕਰਨੀ, ਪਰਮੇਸ਼ਰ ਤੋਂ ਬੁੱਧੀ ਮੰਗਣੀ। ਤਾਂ ਬਾਈਬਲ ਕਹਿੰਦੀ ਵਚਨ ਦੇ ਵਿੱਚੋਂ ਤੁਹਾਨੂੰ ਬੁੱਧੀ ਦੇਏਗਾ। ਹਾਲੇਲੂਇਆ। ਸੋ ਬੁੱਧੀ ਪਾਉਣ ਦੇ ਲਈ ਸਾਨੂੰ ਵਚਨ ਪੜ੍ਹਨ ਦੀ ਜ਼ਰੂਰਤ ਆ। ਹਾਲੇਲੂਇਆ। ਅਸੀਂ ਚਾਹੇ ਵਿਜ਼ਡਮ ਪਰਮੇਸ਼ਰ ਤੋਂ ਮੰਗੀਏ, ਅਸੀਂ ਵਿਜ਼ਡਮ ਦੇ ਨਾਲ ਇੱਕ ਚੈਪਟਰ ਹੀ ਚਾਹੇ ਪੜ੍ਹੀਏ, ਉਸ ਚੈਪਟਰ ਦੇ ਵਿੱਚੋਂ ਸਾਨੂੰ ਇੰਨਾ ਪ੍ਰਕਾਸ਼ਿਤ ਪਰਮੇਸ਼ਰ ਕਰ ਦੇਗਾ ਕਿ ਤੁਹਾਡੀ ਸਪਿਰਿਟ ਤ੍ਰਿਪਤ ਹੋ ਜਾਏਗੀ। ਪਰ ਵਿਜ਼ਡਮ ਦੇ ਨਾਲ ਪਰਮੇਸ਼ਰ ਦੇ ਵਚਨ ਨੂੰ ਪੜ੍ਹਨਾ, ਔਰ ਇਸ ਲਾਲਸਾ ਦੇ ਨਾਲ ਪੜ੍ਹਨਾ ਕਿ ਪਰਮੇਸ਼ਰ ਮੈਂ ਤੇਰੇ ਵਚਨ ਨੂੰ ਸਮਝਣਾ ਚਾਹੁੰਦੀ ਹਾਂ। ਹਾਲੇਲੂਇਆ, ਹਾਲੇਲੂਇਆ, ਪ੍ਰੇਜ਼ ਦ ਲਾਰਡ। ਜਦ ਅਸੀਂ ਬੁੱਧੀ ਪ੍ਰਾਪਤ ਕਰਦੇ ਹਾਂ ਤਾਂ ਬਾਈਬਲ ਕਹਿੰਦੀ ਹੈ ਕਿ ਸਾਨੂੰ ਰਿਵਾਰਡ ਦਿੱਤਾ ਜਾਂਦਾ ਹੈ। ਹਾਲੇਲੂਇਆ। ਨੀਤੀ ਵਚਨ 13 ਉਹਦੀ 13 ਦੇ ਵਿੱਚ ਲਿਖਿਆ, ਜੋ वचन को तुच्छ जानता वह नष्ट हो जाता, परंतु आज्ञा के डरवे को अच्छा फल मिलता है। हालेलुया। आज्ञा के मानने वाले, आज्ञा के डरवे मतलब आज्ञा तो डरन वाले, मतलब वचन तो डरन वाले। हालेलुया। वचन ਨੂੰ ਜਿਹੜਾ ਤੁੱਛ ਨਹੀਂ ਜਾਣਦਾ, ਵਚਨ ਦੇ ਅਕੋਰਡਿੰਗ ਜਿਹੜਾ ਚੱਲਦਾ, ਪਰਮੇਸ਼ਰ ਦਾ ਭਏ ਮੰਨ ਕੇ ਜਿਹੜਾ ਚੱਲਦਾ ਕਿ ਨਹੀਂ ਮੈਂ ਝੂਠ ਨਹੀਂ ਬੋਲਣਾ ਕਿਉਂਕਿ ਵਚਨ ਦੇ ਵਿੱਚ ਲਿਖਿਆ, ਨਹੀਂ ਮੈਂ ਬੇਈਮਾਨੀ ਨਹੀਂ ਕਰਨੀ ਕਿਉਂਕਿ ਵਚਨ ਦੇ ਵਿੱਚ ਲਿਖਿਆ, ਨਹੀਂ ਮੈਂ ਕਿਸੇ ਨਾਲ ਅਨਿਆਏ ਨਹੀਂ ਕਰਨਾ ਕਿਉਂਕਿ ਵਚਨ ਦੇ ਵਿੱਚ ਲਿਖਿਆ। ਹਾਲੇਲੂਇਆ। ਮੈਂ ਕਿਸੇ ਨੂੰ ਬੁਰਾ ਭਲਾ ਨਹੀਂ ਕਹਿਣਾ ਕਿਉਂਕਿ ਪਰਮੇਸ਼ਰ ਦਾ ਵਚਨ ਮੈਨੂੰ ਇਹ ਸਿੱਖਿਆ ਨਹੀਂ ਦਿੰਦਾ। ਹਾਲੇਲੂਇਆ। ਪਰਮੇਸ਼ਰ ਦਾ ਭਏ ਮੰਨ ਕੇ ਜਦੋਂ ਅਸੀਂ ਚੱਲਾਂਗੇ, ਬਾਈਬਲ ਕੀ ਕਹਿੰਦੀ ਆ ਕਿ ਆਗਿਆ ਕੇ ਡਰਵੇ ਕੋ ਅੱਛਾ ਫਲ ਮਿਲਦਾ ਹੈ। ਇੰਗਲਿਸ਼ ਦੀ ਬਾਈਬਲ ਕਹਿੰਦੀ ਆ ਕਿ ਸਾਨੂੰ ਰਿਵਾਰਡ ਦਿੱਤਾ ਜਾਂਦਾ ਆ। ਜਦੋਂ ਤੁਸੀਂ ਇੱਕ ਦੌੜ ਨੂੰ ਪੂਰਾ ਕਰਦੇ ਆ, ਲੋਕ ਗੋਲਡ ਮੈਡਲ ਜਿੱਤਦੇ ਨੇ। ਹਾਲੇਲੂਇਆ। ਇੱਕ ਟਰੋਫੀ ਜਿੱਤਦੇ ਨੇ, ਇੱਕ ਕੱਪ ਜਿੱਤਦੇ ਨੇ। ਹਾਲੇਲੂਇਆ। ਕਿਉਂ? ਕਿਉਂਕਿ ਉਹਨਾਂ ਨੇ ਇੱਕ ਦੌੜ ਨੂੰ ਪੂਰਾ ਕੀਤਾ। ਉਸੇ ਤਰ੍ਹਾਂ ਜਦੋਂ ਅਸੀਂ ਵੀ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਾਂਗੇ, ਮੇਰੇ ਸਾਰੇ ਭੈਣ ਭਾਈ, ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਾਂਗੇ, ਬਾਈਬਲ ਕਹਿੰਦੀ ਕਿ ਤੁਹਾਨੂੰ ਰਿਵਾਰਡ ਦਿੱਤਾ ਜਾਂਦਾ ਆ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦੀ ਬੁੱਧੀ ਦੇ ਦੁਆਰਾ ਚੱਲਾਂਗੇ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਸੋ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਸੱਚਮੁੱਚ ਅੱਜ ਦਾ ਵਚਨ ਮੈਂ ਜਾਣਦੀ ਹਾਂ ਕਿ 100 ਦਾ 100 ਗੁਣਾ ਫਲਮ ਲੈ ਕੇ ਆਏਗਾ, ਔਰ ਇਹ ਵਚਨ ਤੁਹਾਡੀਆਂ ਜ਼ਿੰਦਗੀਆਂ ਵਿੱਚ, ਤੁਹਾਡੇ ਘਰਾਣਿਆਂ ਵਿੱਚ ਕਾਰਜ ਕਰੇ, ਔਰ ਸੱਚਮੁੱਚ ਤੁਸੀਂ ਬਰਕਤ ਪਾਓ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਔਰ ਤੁਸੀਂ ਬਲੈਸਡ ਆ। ਗੋਡ ਬਲੈਸ ਯੂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਜੈ ਮਸੀਹ ਕੀ।